ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਜੋਤ ਕੌਰ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਮਨਪਸੰਦ ਇਮੀਗ੍ਰੇਸ਼ਨ ਸ਼ੋਅ ਉਡਾਰੀ ਵਿਦੇਸ਼ਾਂ ਨੂੰ। ਸੋ ਅੱਜ ਆਪਾਂ ਗੱਲ ਖਾਸ ਤੌਰ ਤੇ ਆਸਟ੍ਰੇਲੀਆ ਬਾਰੇ ਕਰਾਂਗੇ। ਬਹੁਤ ਸਾਰੇ ਸਵਾਲ ਨੇ ਸਟੂਡੈਂਟਸ ਨੇ, 6 ਸੀਚ ਵਾਲੇ ਸਟੂਡੈਂਟ ਅਸੀਂ ਗੱਲ ਜ਼ਰੂਰ ਕਰਾਂਗੇ, ਖਾਸ ਤੌਰ ਤੇ ਜਿਹੜੇ ਜਿਨ੍ਹਾਂ ਨੇ +2 ਬਾਈ ਪਾਸ ਆਊਟ ਸਟੂਡੈਂਟ ਹੈ ਉਹਨਾਂ ਦਾ ਅੱਗੋਂ ਕੀ ਫਿਊਚਰ ਦਿਖ ਰਿਹਾ ਹੈ, ਜੁਲਾਈ ਇਨਟੇਕ ਕਿਉਂ ਆਪਾਂ ਮੰਨਦੇ ਹਾਂ ਲਾਸਟ ਚਾਂਸ ਹੈ, ਕਲੈਰਿਟੀ ਜ਼ਰੂਰ ਦੇਵਾਂਗੇ ਤੇ ਕੈਨੇਡਾ ਬਾਰੇ ਵੀ ਕੁਝ ਅਪਡੇਟਸ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਾਂਗੇ। ਸਾਰੀ ਇਨਫੋਰਮੇਸ਼ਨ ਅੱਜ ਇਸ ਸ਼ੋਅ ਦੇ ਜ਼ਰੀਏ ਤੁਹਾਡੇ ਨਾਲ ਸਾਂਝੀ ਕਰਨਗੇ ESS ਗਲੋਬਲ ਤੋਂ ਵੀਜ਼ਾ ਐਕਸਪਰਟ ਮਿਸਟਰ ਰੋਹਿਤ ਸੇਠੀ ਜੀ ਸਾਡੇ ਨਾਲ ਨੇ। ਬਹੁਤ ਬਹੁਤ ਸਵਾਗਤ ਹੈ ਸਰ, ਸਤਿ ਸ਼੍ਰੀ ਅਕਾਲ। ਥੈਂਕ ਯੂ ਵੈਰੀ ਮਚ ਜੀ। ਸਾਡੇ ਨਾਲ ਜੁੜੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਤੇ ESS ਦੀ ਪੂਰੀ ਟੀਮ ਵੱਲੋਂ ਪਿਆਰ ਭਰਿਆ ਸਤਿ ਸ਼੍ਰੀ ਅਕਾਲ। ਸਰ ਇਸ ਤੋਂ ਪਹਿਲਾਂ ਕਿ ਮੈਂ ਕੁਝ ਅਪਡੇਟਸ ਜਾਂ ਜੋ ਸਵਾਲ ਸਾਡੇ ਕੋਲ ਆਏ ਨੇ ਉਸ ਦੀ ਸ਼ੁਰੂਆਤ ਕਰਾਂ, ਪਹਿਲਾਂ ਮੈਂ ਤੁਹਾਡੇ ਤੋਂ ਜ਼ਰੂਰ ਜਾਣਨਾ ਚਾਹੂੰਗੀ, ਤੁਸੀਂ ਵੀ ਆਸਟ੍ਰੇਲੀਆ ਜਾ ਕੇ ਆਏ ਹੋ, ਖਾਸ ਤੌਰ ਤੇ ਕਿਸ ਤਰ੍ਹਾਂ ਦੀਆਂ ਚੀਜ਼ਾਂ ਤੁਸੀਂ ਨਵੀਆਂ ਐਕਸਪਲੋਰ ਕੀਤੀਆਂ ਨੇ, ਕਿਸ ਤਰ੍ਹਾਂ ਦੇ ਨਵੀਆਂ ਚੀਜ਼ਾਂ ਤੁਸੀਂ ਉੱਥੇ ਦੇਖੀਆਂ ਜੋ ਸਟੂਡੈਂਟਸ ਲਈ ਇਹ ਇਨਫੋਰਮੇਸ਼ਨ ਬਹੁਤ ਜ਼ਰੂਰੀ ਹੋਵੇ, ਮੈਂ ਜ਼ਰੂਰ ਚਾਹੂੰਗੀ ਸ਼ੋਅ ਦੇ ਜ਼ਰੀਏ ਤੁਸੀਂ ਸਾਂਝੀ ਕਰਿਓ। ਡੈਫੀਨੇਟਲੀ ਯੈਸ ਜੀ। ਆਸਟ੍ਰੇਲੀਆ ਜਾਣ ਦਾ ਮੌਕਾ ਤਕਰੀਬਨ ਕੋਵਿਡ ਤੋਂ ਬਾਅਦ ਹੁਣ ਮਿਲਿਆ। ਮਤਲਬ ਹਰ ਸਾਲ ਕਦੇ UK ਨੇ ਆਕੂਪਾਈਡ ਰੱਖਿਆ ਸੀ, ਕਦੇ ਕੈਨੇਡਾ ਨੇ, ਬਟ ਆਸਟ੍ਰੇਲੀਆ ਦੇ ਵਿੱਚ ਜਿਹੜੀ ਓਪਰਚੁਨਿਟੀ ਆਈ ਉਹ ਆਈ ਸੀਗੀ ਯੂਨੀਵਰਸਿਟੀ ਆਫ ਟੈਕਨੋਲੋਜੀ ਸਿਡਨੀ ਵੱਲੋਂ, ਜਿਹੜੀ ਕਿ ਸਿਡਨੀ ਬੇਸਡ ਯੂਨੀਵਰਸਿਟੀ ਹੈਗੀ ਹੈ ਐਂਡ ਵਰਲਡ ਦੀ 133ਵੀਂ ਰੈਂਕ ਦੀ ਯੂਨੀਵਰਸਿਟੀ ਹੈ। ਤਾਂ ਯੂ ਕੈਨ ਵੈਰੀ ਵੈਲ ਇਮੈਜਿਨ ਉਹਦਾ ਸਟੇਟਸ ਤੇ ਉਹਦਾ ਕੀ ਹੋਏਗਾ। ਪੂਰੀ ਦੁਨੀਆ ਦੇ ਵਿੱਚ 133ਵਾਂ ਨੰਬਰ ਰੈਂਕ ਹੈ ਤੇ ਆਸਟ੍ਰੇਲੀਆ ਦੀ ਨੰਬਰ 1 ਯੰਗ ਯੂਨੀਵਰਸਿਟੀ ਹੈਗੀ ਹੈ। ਉਹਨਾਂ ਨੇ ਪੂਰੇ ਇੰਡੀਆ ਤੋਂ ਸਿਲੈਕਟਿਵ 30 ਏਜੰਸੀਜ਼ ਨੂੰ ਇਨਵਾਈਟ ਕੀਤਾ ਸੀਗਾ, ਜਿੱਥੇ ਕਿ ਪੂਰਾ ਇੱਕ ਹਫ਼ਤਾ ਉਹਨਾਂ ਨੇ ਆਪਣੀ ਫੈਸਿਲਿਟੀਜ਼, ਫੈਕਲਟੀਜ਼ ਪਲੱਸ ਜਿਹੜੇ ਬੱਚੇ ਪੜ੍ਹਦੇ ਪਏ ਹੈ ਉਹਨੂੰ ਫੈਮ ਟ੍ਰਿਪ ਕਿਹਾ ਜਾਂਦਾ ਬੇਸਿਕਲੀ, ਉਹਦੇ ਲਈ ਇਨਵਾਈਟ ਕੀਤਾ। ਤਾਂ ਵੀ ਵਰ ਲੱਕੀ ਅਸੀਂ 30 ਉਸ ਏਜੰਸੀਜ਼ ਦਾ ਹਿੱਸਾ ਹੋਏ। ਮਤਲਬ ਇੰਡੀਆ ਬਹੁਤ ਵੱਡਾ ਹੈ ਅਤੇ ਸਿਰਫ 30 ਏਜੰਸੀਆਂ ਦੇ ਕੁਝ ਚੁਣਿੰਦਾ ਬੰਦਿਆਂ ਨੂੰ ਜਿਹੜੇ ਉਹਨਾਂ ਨੇ ਇਹ ਓਪਰਚੁਨਿਟੀ ਦਿੱਤੀ। ਬਟ ਉੱਥੇ ਜਾ ਕੇ ਇੱਕ ਨਵੀਂ ਚੀਜ਼, ਇੱਕ ਨਵਾਂ ਪਰਸਪੈਕਟਿਵ ਜ਼ਰੂਰ ਆਇਆ। ਉਹ ਕਿਸ ਤਰ੍ਹਾਂ ਦਾ ਸੀਗਾ, ਜੋ ਚੀਜ਼ਾਂ ਇੱਥੇ ਸਟੂਡੈਂਟ ਇਮੈਜਿਨ ਕਰਕੇ ਜਾਂਦਾ ਹੈਗਾ ਉਹ ਕਿਤੇ ਵੀ ਉੱਥੇ ਰਿਐਲਿਟੀ 'ਚ ਨਹੀਂ ਹੁੰਦੀਆਂ। ਕਿਉਂਕਿ ਪਹਿਲਾ ਸਟੈਪ ਜਿਹੜਾ ਹੈ, ਖੈਰ ਇਹ ਆਸਟ੍ਰੇਲੀਆ ਦੀ ਪ੍ਰੋਬਲਮ ਅੱਜ ਦੀ ਨਹੀਂ, ਬੜੇ ਸਾਲਾਂ ਤੋਂ ਹੈ, ਜਿੱਥੇ ਕਿ ਏਅਰਪੋਰਟ ਤੇ ਉਤਰਦੇ ਹੀ ਥੋੜੇ ਇਸ਼ਤਿਹਾਰ ਵੰਡਣੇ ਸ਼ੁਰੂ ਹੋ ਜਾਂਦੇ ਨੇ ਚੇਂਜ ਆਫ ਕਾਲਜ ਵਾਲੇ। ਖੈਰ ਆਸਟ੍ਰੇਲੀਅਨ ਗਵਰਨਮੈਂਟ ਨੇ ਇਹਨੂੰ ਬਹੁਤ ਚੰਗੀ ਤਰ੍ਹਾਂ ਐਡਰੈਸ ਕੀਤਾ ਹੈ ਪਿਛਲੇ 2 ਸਾਲਾਂ ਦੇ ਵਿੱਚ। ਬਹੁਤ ਸਾਰੇ ਇਹੋ ਜਿਹੇ ਰੈਗੂਲੇਸ਼ਨ ਲੈ ਕੇ ਆਏ ਨੇ ਜੋ ਰੈਗੂਲੇਸ਼ਨ ਇੱਕ ਸਟੂਡੈਂਟ ਦੇ ਫੇਵਰ ਦੇ ਵਿੱਚ ਹੁੰਦੇ ਨੇ। ਜਿਹੜਾ ਮੇਰਾ ਐਕਸਪੀਰੀਅੰਸ ਲਿਆ ਪਿਛਲੇ 10 ਦਿਨਾਂ ਦਾ ਆਸਟ੍ਰੇਲੀਆ ਦੇ ਵਿੱਚ, ਉਹ ਬੜਾ ਹੀ ਟਰਾਂਸਪੇਰੈਂਟ ਤੇ ਉਹ ਦਿਮਾਗ 'ਚ ਇੱਕ ਨਾ ਡਿਵੀਜ਼ਨ ਲਾਤੀ ਉਹਨੇ ਇਸ ਤਰ੍ਹਾਂ ਨਾਲ। ਜਿਹੜਾ ਬੱਚਾ ਆਸਟ੍ਰੇਲੀਆ ਨੂੰ ਆਪਣਾ ਕੰਟਰੀ ਜਾਂ ਐਜੂਕੇਸ਼ਨ ਸੈਂਟਰ ਮੰਨ ਕੇ ਚੱਲਦਾ ਪਿਆ ਹੈਗਾ, ਉਹਦੇ ਲਈ ਪੱਕੇ ਹੋਣ ਦਾ ਰਾਹ ਬੜਾ ਹੀ ਕਲੀਅਰ ਹੈਗਾ। ਹੁਣ ਉਹ ਧੁੰਦ ਜਾਂ ਉਹ ਵਹਿਮਾਂ 'ਚ ਪੈ ਕੇ ਆਪਣੇ ਉਸ ਰਸਤੇ ਨੂੰ ਮਾੜਾ ਕਰ ਲੈਂਦਾ। ਇਹ ਬੜਾ ਕਲੀਅਰ ਕੱਟ ਦੇਖਿਆ। ਬਹੁਤ ਸਾਰੇ ਸਟੂਡੈਂਟਸ ਨੂੰ ਮਿਲਿਆ ਇਸ ਟ੍ਰਿਪ ਦੇ ਵਿੱਚ, ਸਾਡੇ ਭੇਜੇ ਹੋਏ, ਹੋਰਾਂ ਦੇ ਭੇਜੇ ਹੋਏ, ਜਾਂ ਜੋ ਉੱਥੇ ਪੱਕੇ ਹੋਏ ਨੇ ਬਹੁਤ ਦੇਰ ਪੜ੍ਹ ਕੇ। ਮਤਲਬ ਪੰਜਾਬੀਆਂ ਦੀ ਹੌਸਪਿਟੈਲਿਟੀ ਤਾਂ ਰਹਿੰਦੀ ਹੈ। ਤਾਂ ਦ ਪਲੇਸ ਵੇਅਰ ਆਈ ਵਾਜ਼ ਸਟੇਇੰਗ, ਸਾਹਮਣੇ ਇੱਕ ਇੰਡੀਅਨ ਰੈਸਟੋਰੈਂਟ ਸੀਗਾ CBD ਸਿਡਨੀ ਦੇ ਵਿੱਚ। ਉਹਨਾਂ ਦੇ ਜਿਹੜੇ ਮਾਲਕ ਸੀ ਉਹ ਹਰਿਆਣਾ ਦੇ ਸੀਗੇ ਐਂਡ ਹੀ ਵਾਜ਼ ਅ ਸਟੂਡੈਂਟ ਹਿਮਸੈਲਫ, ਜਿਹੜੇ ਕਿ 12 ਸਾਲਾਂ 'ਚ ਪੱਕੇ ਹੋਏ ਉੱਥੇ ਪਹੁੰਚ ਕੇ। ਤੇ ਮੈਂ ਪੁੱਛਿਆ 12 ਸਾਲ ਭਾਜੀ ਕਿਸ ਚੀਜ਼ ਦੇ? ਉਹਨਾਂ ਦਾ ਇੱਕੋ ਜਿਹੜਾ ਜਵਾਬ ਸੀਗਾ ਨਾ, ਉਸ 'ਚ ਐਕਸਾਈਟਮੈਂਟ ਤਾਂ ਨਹੀਂ ਸੀ, ਇੱਕ ਲਾਂਭਾ ਸੀਗਾ। ਪੁੱਛੋ ਨਾ ਭਾਜੀ, ਮਤਲਬ ਕਦੇ ਇਸਨੇ ਇਹ ਸਲਾਹ ਦੇ ਦਿੱਤੀ ਉੱਧਰਲੇ ਪਾਸੇ ਤੁਰ ਪਏ, ਕਦੇ ਉੱਧਰਲੇ ਪਾਸੇ ਤੁਰ ਪਏ। ਤਾਂ ਮੈਂ ਵੈਸੇ ਹੀ ਮਜ਼ਾਕ ਪੁੱਛਿਆ, ਮੈਂ ਕੀ ਭਾਜੀ ਤੁਹਾਡਾ 2008-9 ਵਾਲਾ ਬੈਚ ਸੀਗਾ? ਉਹ ਹੱਸਣ ਲੱਗ ਗਏ, ਕਹਿੰਦੇ ਬਿਲਕੁਲ। ਹੁਣ 2008-9 ਵਾਲਾ ਬੈਚ, ਇੱਕ ਚੀਜ਼ ਆਈ ਸੀ MODL ਲਿਸਟ ਜਦ ਚੱਲਦੀ ਸੀਗੀ, ਉਦੋਂ ਬਹੁਤ ਬੱਚਾ ਹਰ ਕੋਈ ਕੁੱਕਰੀ ਕਰਦਾ ਸੀਗਾ ਐਂਡ ਹੋਰ ਕਈ ਛੋਟੇ ਕੋਰਸ ਜਿੱਥੇ ਘੱਟ ਪੜ੍ਹਾਈ ਹੋਵੇ ਜਾਂ ਘੱਟ ਫੀਸ ਹੋਵੇ। ਉੱਥੇ ਇੱਕ ਚੀਜ਼ ਕਲੀਅਰ ਕੱਟ ਦਿਖੀ, ਆਪਣਾ ਸਟੂਡੈਂਟ ਜਿਹੜਾ ਹੈਗਾ ਪੰਜਾਬ ਦਾ, ਹਰਿਆਣਾ ਦਾ, ਉਹ ਸਿਰਫ ਔਰ ਸਿਰਫ ਪੈਸਿਆਂ ਨਾਲ ਕੰਪੈਰੀਜ਼ਨ ਕਰਦਾ ਹੈ। ਉਹ ਹੋਰ ਕਿਸੇ ਚੀਜ਼ ਨਾਲ ਕੰਪੈਰੀਜ਼ਨ ਨੂੰ ਕਰਨਾ ਹੀ ਨਹੀਂ ਚਾਹੁੰਦਾ। ਯੂਨੀਵਰਸਿਟੀ ਦਾ ਸਟੇਟਸ ਕੀ ਹੈਗਾ, ਉਹ ਕਹਿੰਦੇ ਨਾ ਸਸਤਾ ਰੋਏ ਬਾਰ-ਬਾਰ, ਮਹਿੰਗਾ ਰੋਏ ਇੱਕ ਬਾਰ। ਉਹ ਕਲੀਅਰ ਕੱਟ ਦਿਖਿਆ ਮੈਨੂੰ ਉੱਥੇ। ਜੇ ਅੱਜ ਆਪਣਾ ਯੂਥ, ਆਪਣਾ ਸਟੂਡੈਂਟ ਇੰਨਾ ਐਜੂਕੇਟ ਹੋ ਕੇ ਜਾਵੇ ਵੀ ਇੱਕ ਪੜ੍ਹਾਈ ਜਿਹੜੀ ਕਰਨ ਜਾ ਰਿਹਾ ਇਹ 2 ਸਾਲ ਤੋਂ ਬਾਅਦ ਮੈਨੂੰ 7 ਸਾਲ ਤੱਕ ਦਾ ਵਰਕ ਪਰਮਿਟ ਦੇ ਰਹੀ ਹੈ, ਇਸ ਤੋਂ ਉੱਪਰ ਹੋਰ ਕੀ ਹੋ ਸਕਦਾ? 7 ਸਾਲ ਦਾ ਮੌਕਾ ਤੁਹਾਨੂੰ PR ਲੈਣ ਵਾਸਤੇ, ਜਿਹਦੇ ਵਿੱਚ ਤੁਸੀਂ ਸਿਰਫ ਪੈਸੇ ਕਮਾਣੇ ਹੈ, ਕਿਸੇ ਵਕੀਲਾਂ ਨੂੰ ਦੇਣੇ ਨਹੀਂ ਹੈ ਵੀਜ਼ਾ ਐਕਸਟੈਂਡ ਕਰਨ ਵਾਸਤੇ। ਤੇ ਦੂਸਰੀ ਪਨੀਰੀ, ਜਿਹੜੇ ਕਿ ਕੋਰਸ ਕਾਲਜ ਚੇਂਜ ਕਰਨ ਦੇ ਬਹਾਨੇ ਰਿਸ਼ਤੇਦਾਰ ਨੇ ਕਹਿ ਦਿੱਤਾ, ਮੇਰਾ ਫਰੈਂਡ ਪੱਕਾ ਹੋਇਆ ਸੀਗਾ, ਉਹ ਪੱਕਾ ਹੋਇਆ ਸੀ। ਉਹ ਟਾਈਮ ਚਲਾ ਗਿਆ ਨਾ। ਹੁਣ ਤੁਸੀਂ ਅੱਜ ਜੋ ਡਿਸੀਜਨ ਲਓਗੇ ਉਹ ਅੱਜ ਦਾ ਡਿਸੀਜਨ ਲਓਗੇ। ਤਾਂ ਇਨ ਕਰੈਕਸ ਜੋ ਇੱਥੇ ਆਪਾਂ ਗੱਲਾਂ ਕਰਦੇ ਹੈਗੇ ਆ ਜਾਂ ਜੋ ਉੱਥੇ ਹੁੰਦਾ ਹੈ, ਉੱਥੇ ਬਹੁਤ ਵੱਡਾ ਫਰਕ ਹੈ। ਅਤੇ ਉਹ ਫਰਕ ਇਟ ਇਜ਼ ਗੁੱਡ ਫॉर द ਸਟੂਡੈਂਟ। ਕਿਉਂ? ਗਵਰਨਮੈਂਟ ਦੀ ਜਿੰਨੀ ਪਾਲਿਸੀਆਂ ਹੈ ਨਾ, ਉਹ ਸਿਰਫ ਔਰ ਸਿਰਫ ਸਟੂਡੈਂਟ ਦੀ ਫੇਵਰ 'ਚ ਜਾਂਦੀਆਂ ਨੇ। ਆਪਾਂ ਬਹੁਤ ਸਾਰੇ ਮੁੱਦੇ ਅੱਜ ਦੀ ਡੇਟ ਚੱਲਦੇ ਪਏ ਨੇ ਮਾਰਕੀਟ ਦੇ ਵਿੱਚ, ਕੈਨੇਡਾ ਨੂੰ ਲੈ ਕੇ, UK ਨੂੰ ਲੈ ਕੇ,
ਆਸਟ੍ਰੇਲੀਆ ਨੂੰ ਲੈ ਕੇ। ਇਹ ਤਿੰਨਾਂ ਦਾ ਤੁਸੀਂ ਗ੍ਰਾਫ ਜੇ ਬਣਾਉਣਾ ਚਾਹੋਗੇ ਨਾ, ਆਸਟ੍ਰੇਲੀਆ ਵਿਨਰ ਨਿਕਲੇਗਾ, ਚਾਹੇ ਉਹ ਯੂਨੀਵਰਸਿਟੀਆਂ ਦਾ ਸਟੇਟਸ ਹੋਵੇ, ਚਾਹੇ ਉਹ ਕੰਟਰੀ ਦੀ ਪਾਲਿਸੀਆਂ ਹੋਣ। ਹਰ ਇੱਕ ਪਾਲਿਸੀ ਆਸਟ੍ਰੇਲੀਆ ਦੀ ਸਟੂਡੈਂਟ ਦੇ ਹਿੱਤ ਦੇ ਵਿੱਚ ਹੈ। ਇਹ ਸਿਰਫ ਔਰ ਸਿਰਫ ਸਟੂਡੈਂਟ ਨੂੰ ਮੰਨਣ ਤੇ ਅਪਣਾਉਣ ਦੀ ਗੱਲ ਹੈਗੀ ਹੈ। ਬਿਲਕੁਲ ਬਿਲਕੁਲ ਸਹੀ ਤੁਸੀਂ ਗੱਲ ਕਹੀ ਹੈ, ਕਿਉਂਕਿ ਅਸੀਂ ਅੱਗੋਂ ਵੀ ਗੱਲ ਕਰੀਏ ਤਾਂ ਪਹਿਲਾਂ ਵੀ ਅਗਰ ਆਪਾਂ ਦੇਖਦੇ ਹਾਂ ਤਾਂ ਆਸਟ੍ਰੇਲੀਆ ਜਿਹੜਾ ਬੜਾ ਹੀ ਕੁਆਲਿਟੀ ਵਿੱਚ ਬਿਲੀਵ ਕਰਦਾ ਹੈ, ਤੇ ਇਸੇ ਕਰਕੇ ਬੜੀ ਹੁਣ ਜੋ ਹੁਣ GT ਦੀ ਅਪਡੇਸ਼ਨ ਆਈ ਉਸ ਤੋਂ ਬਾਅਦ ਬੜੇ ਸਿਲੈਕਟਿਵ ਸਟੂਡੈਂਟਸ ਉੱਪਰ ਫੋਕਸ ਕਰ ਰਿਹਾ। ਤੇ ਮੈਂ ਹੁਣ ਉਹੀ ਗੱਲ ਕਰਨ ਜਾ ਰਹੀ ਹਾਂ, ਜਿਹੜੇ +2 ਸਟੂਡੈਂਟ ਜਿਨ੍ਹਾਂ ਨੇ 22 ਪਾਸ ਆਊਟ ਸਟੂਡੈਂਟ ਹੈ ਖਾਸ ਤੌਰ ਤੇ, ਹੁਣ ਉਹਨਾਂ ਲਈ ਜੁਲਾਈ ਇਨਟੇਕ ਆਪਾਂ ਲਾਸਟ ਚਾਂਸ ਹੀ ਮੰਨ ਸਕਦੇ ਹਾਂ ਜਾਂ ਅੱਗੋਂ ਵੀ ਹਲੇ ਕੋਈ ਹੋਪ ਹੈ? ਦੇਖੋ, ਆਸਟ੍ਰੇਲੀਆ ਦਾ ਬੜਾ ਸਿੰਪਲ ਫਾਰਮੂਲਾ ਹੈਗਾ, ਇਹ ਮੈਂ ਪਹਿਲਾਂ ਵੀ ਇਸ ਮੰਚ ਰਾਹੀਂ ਦੱਸਿਆ ਸੀਗਾ, ਦੈਟ ਜਿਵੇਂ ਤੁਹਾਡੇ 2023 ਵਾਲੇ ਬੱਚਿਆਂ ਦਾ ਰਿਜ਼ਲਟ ਆ ਗਿਆ ਜੀ, 2022 ਪਾਸ ਆਊਟ ਬੱਚਾ 12th ਵਾਲਾ, ਉਹਨਾਂ ਲਈ ਨਾਨ GT ਆਟੋਮੈਟਿਕਲੀ ਹੋ ਗਿਆ। ਤਾਂ ਤੁਹਾਡੇ ਕੋਲ ਅਖੀਰਲਾ ਮੌਕਾ ਹੈਗਾ ਜੁਲਾਈ 2023 ਇਨਟੇਕ। ਜੇ ਤੁਸੀਂ ਵੀ ਆਪਣੀ ਕਲਾਸ 12th ਜਿਹੜੀ ਹੈ 2022 ਚ ਪਾਸ ਕੀਤੀ ਹੈ, ਉਸ ਤੋਂ ਬਾਅਦ ਕੈਨੇਡਾ ਰਿਫਿਊਜ਼ਲ ਹੈਗਾ ਜਾਂ ਕਿਤੇ ਟਾਈਮ ਕੱਢ ਦਿੱਤਾ ਕਿਸੇ ਵੀ ਕਾਰਨ ਦੇ ਨਾਲ, ਐਂਡ ਆਸਟ੍ਰੇਲੀਆ ਅਪਲਾਈ ਕਰਨਾ ਚਾਹੁੰਦੇ ਹੋ, ਓਵਰਆਲ 6 ਨਾਟ ਲੈਸ ਦੈਨ 5.5, 65% ਜੇ ਤੁਸੀਂ CBSE ਤੋਂ ਪਾਸ ਆਊਟ ਹੋ, 70% ਜੇ ਤੁਹਾਡੇ ਕੋਲ ਸਟੇਟ ਬੋਰਡ ਦਾ ਸਰਟੀਫਿਕੇਸ਼ਨ ਹੈਗਾ। ਜੇ ਆਹ ਕ੍ਰਾਈਟੇਰੀਆ ਮੀਟ ਕਰਦੇ ਹੋ ਤਾਂ ਜੁਲਾਈ 2023 ਇਨਟੇਕ ਤੁਹਾਡਾ ਹੈ, ਤੇ ਉਹੀ ਇਨਟੇਕ ਹੈ। ਜੇ ਡੈਫਰ ਹੋ ਗਿਆ ਤੁਸੀਂ ਆਟੋਮੈਟਿਕਲੀ ਨਾਨ GT ਹੋ ਜਾਂਦੇ ਹੋ। ਜੀ ਬਿਲਕੁਲ। ਤੇ ਮੈਂ ਹੁਣ ਇੱਥੇ ਥੋੜੀ ਕਲੈਰਿਟੀ ਆਇਲਸ ਸਕੋਰ ਨੂੰ ਲੈ ਕੇ ਵੀ ਜ਼ਰੂਰ ਤੁਹਾਡੇ ਤੋਂ ਚਾਹਾਂਗੀ ਕਿ 6 ਈਚ ਔਰ PT ਦੇ ਨਾਲ ਕੀ ਸਕੋਪ ਹੈ ਆਸਟ੍ਰੇਲੀਆ ਦੇ ਵਿੱਚ? ਦੇਖੋ, 6 ਈਚ ਪਰਫੈਕਟ ਹੈਗਾ ਅੰਡਰ ਗ੍ਰੈਜੂਏਟ ਐਪਲੀਕੇਸ਼ਨ ਵਾਸਤੇ। ਪ੍ਰੋਬਲਮ ਆਉਂਦੀ ਹੈ 6 ਈਚ ਦੀ ਜਦ ਉਹਨੂੰ ਤੁਸੀਂ ਪੋਸਟ ਗ੍ਰੈਜੂਏਟ ਵਾਲੇ ਪਾਸੇ ਲੈ ਕੇ ਜਾਂਦੇ ਹੋ, ਕਿਉਂਕਿ ਬਹੁਤ ਸਾਰੇ ਯੂਨੀਵਰਸਿਟੀਆਂ ਦੇ ਆਪਣੇ ਮਾਸਟਰਸ ਦੇ ਜਿਹੜੇ ਸੈੱਟ ਬੈਂਡ ਨੇ ਉਹ ਓਵਰਆਲ 6.5 ਨਾਟ ਲੈਸ ਦੈਨ 6.0 ਰੱਖੇ ਹੋਏ ਨੇ। PT ਓਵਰਆਲ 58 ਨਾਟ ਲੈਸ ਦੈਨ 50 ਰੱਖੇ ਹੋਏ ਨੇ ਫॉर ਪੋਸਟ ਗ੍ਰੈਜੂਏਟ। ਜੀ, ਫॉर ਅੰਡਰ ਗ੍ਰੈਜੂਏਟ 6 5.5 ਪਰਫੈਕਟ, PT 54 not less than 48 or 46 perfect for undergraduate। 6 each very good for undergraduate, but ਮੈਂ 6 each ਦੇ ਨਾਲ ਮਾਸਟਰਸ ਦੇ ਵਿੱਚ ਐਡਮਿਸ਼ਨ ਚਾਂਸਸ ਵੀ ਘੱਟ ਹੋਣਗੇ, ਕਿਉਂਕਿ ਹਰ ਕੋਈ ਕੋਰਸ 6 each ਦੇ ਵਿੱਚ ਨਹੀਂ ਮਿਲਦਾ, ਤੇ ਵੀਜ਼ਾ ਚਾਂਸਸ ਵੀ ਕਿਤੇ ਨਾ ਕਿਤੇ ਘੱਟ ਹੋਣਗੇ। ਬੜਾ ਸਿੰਪਲ ਜਿਹਾ ਫਾਰਮੂਲਾ ਤੁਹਾਨੂੰ ਦਿੰਦਾ ਹੈ। UK 100% ਵੀਜ਼ਾ ਜਾਂਦਾ ਹੈ, ਆਸਟ੍ਰੇਲੀਆ ਜਿਹੜਾ ਹੈ 70 to 80% ਦੇ ਵਿੱਚ ਵੈਰੀ ਕਰਦਾ ਹੈ। ਪ੍ਰੋਫਾਈਲ ਜਿਹੜੀ ਹੈ ਉਹ 70-80% ਉਹੀ ਬੱਚਿਆਂ ਨੂੰ ਦੇਣਗੇ ਜਿਹੜੇ ਕਿ ਬੇਸਿਕ ਕ੍ਰਾਈਟੇਰੀਆ ਤੋਂ ਉੱਪਰ ਮੀਟ ਕਰਦੇ ਨੇ। ਬੇਸਿਕ ਬੈਂਚਮਾਰਕ ਤੇ ਨਹੀਂ ਹੈਗੇ, ਉਹਦੇ ਉੱਪਰਲਾ ਉਹਨਾਂ ਕੋਲ ਇੱਕ ਕ੍ਰਾਈਟੇਰੀਆ, ਚਾਹੇ ਉਹ ਪਰਸੈਂਟੇਜ ਵਾਈਜ਼ ਹੈ, ਸਕਾਲਰਸ਼ਿਪ ਵਾਈਜ਼ ਹੈ, ਜਾਂ ਤੁਹਾਡਾ ਆਲ ਸਕੋਰ ਵਾਈਜ਼ ਹੈ। ਤਾਂ ਇਹ ਕਈ ਪੈਰਾਮੀਟਰ ਦੇ ਬਾਅਦ ਵੀਜ਼ਾ ਸਕਸੈਸ ਜਿਹੜਾ ਹੈ 70-80 ਦੇ ਵਿੱਚ ਰਿਵੋਲਵ ਕਰਦਾ ਆਸਟ੍ਰੇਲੀਆ ਦਾ। ਇੱਥੇ ਮੈਂ ਜ਼ਰੂਰ ਜਾਣਨਾ ਚਾਹੂੰਗੀ, ਲਾਈਕ ਕਈਆਂ ਨੂੰ ਰਿਫਿਊਜ਼ਲ ਵੀ ਫੇਸ ਕਰਨੀ ਪੈ ਜਾਂਦੀ ਹੈ। ਤਾਂ ਬਾਕੀ ਕੈਨੇਡਾ ਦੀ ਗੱਲ ਕਰੀਏ, ਜਿੰਨੀ ਮਰਜ਼ੀ ਵਾਰ ਰਿਫਿਊਜ਼ਲ ਹੋਵੇ, 2-3-4 ਵਾਰ ਵੀ ਰਿਫਿਊਜ਼ਲ ਹੋਵੇ, ਰੀਅਪਲਾਈ ਕੀਤਾ ਜਾ ਸਕਦਾ। ਪਰ ਆਸਟ੍ਰੇਲੀਆ ਦੀ ਜਿੱਥੇ ਗੱਲ ਆਉਂਦੀ ਹੈ, ਰਿਫਿਊਜ਼ਲ ਤੋਂ ਬਾਅਦ ਸਟੂਡੈਂਟ ਨੂੰ ਕੀ ਕਰਨਾ ਚਾਹੀਦਾ? ਕਿਉਂਕਿ ਕਈ ਸਟੂਡੈਂਟ ਆਪਣੇ ਕੰਸਲਟੈਂਟਸ ਦੇ ਨਾਲ ਜ਼ਿੱਦ ਕਰਦੇ ਨੇ, ਜੀ ਨਹੀਂ ਕੋਈ ਗੱਲ ਨਹੀਂ, ਇੱਕ ਵਾਰੀ ਰੀਅਪਲਾਈ ਕਰਕੇ ਤਾਂ ਦੇਖੋ। GT ਦੀ ਜਿਹੜੀ ਨਵੀਂ ਅਪਡੇਸ਼ਨ ਹੈ ਉਸ ਦੇ ਅਕੋਰਡਿੰਗਲੀ ਹੁਣ ਕੀ ਕਰਨਾ ਚਾਹੀਦਾ ਜੇਕਰ ਰਿਫਿਊਜ਼ਲ ਆ ਜਾਂਦੀ ਹੈ? ਦੇਖੋ, GT ਇੱਕ ਬਹੁਤ ਹੀ ਸਬਜੈਕਟਿਵ ਮੈਟਰ ਹੈ। ਬੇਸਿਕਲੀ ਦੈਟ ਗੋਜ਼ ਟੂ ਯੂਨੀਵਰਸਿਟੀ, ਬਟ ਹਾਈ ਕਮਿਸ਼ਨ ਦੀ ਅੰਡਰਸਟੈਂਡਿੰਗ ਇੱਕ ਹੈ ਪੂਰੇ GT ਦੀ। ਮੇਰੀ ਰਾਏ, ਜੇ ਇੱਕ ਵਾਰ ਆਸਟ੍ਰੇਲੀਆ ਰਿਫਿਊਜ਼ ਹੋ ਗਿਆ, ਡੋਂਟ ਵੇਸਟ ਯੋਰ ਟਾਈਮ ਫॉर ਆਸਟ੍ਰੇਲੀਆ। ਆਈਦਰ ਗੋ ਫॉर ਅ ਡਿਫਰੈਂਟ ਕੰਟਰੀ ਔਰ ਆਪਣੇ ਇੰਡੀਆ ਦੇ ਵਿੱਚ ਸਟੱਡੀ ਪਲਾਨ ਅੱਗੇ ਰੱਖੋ। ਹਾਂ, ਧੂਮਾ ਮਚਾਉਣ ਨੂੰ, ਐਡਵਰਟੀਜ਼ਮੈਂਟ ਦੇਣ ਨੂੰ ਅਸੀਂ ਬਹੁਤ ਕੁਝ ਕਹਿ ਸਕਦੇ ਹਾਂ ਐਜ਼ ਅ ਕੰਸਲਟੈਂਟ ਵੀ, ਅਸੀਂ ਰਿਫਿਊਜ਼ਲ ਕੇਸ ਦਾ ਵੀਜ਼ਾ ਲਵਾਤਾ, ਪਰ ਉਹ 100 ਚੋਂ ਇੱਕ ਦਾ ਹੁੰਦਾ। ਉਹਦਾ ਕਾਰਨ ਕੀ ਹੈ? ਤੁਹਾਨੂੰ ਦੁਆਰਾ CO ਹੀ ਨਹੀਂ ਮਿਲਦੀ। ਇਟ ਇਜ਼ ਨਾਟ ਅਬਾਊਟ ਹਾਈ ਕਮਿਸ਼ਨ, ਦ ਮੈਜੋਰਿਟੀ ਪਾਰਟ ਇਜ਼ ਇੰਸਟੀਚਿਊਟ ਦਾ, ਯੂਨੀਵਰਸਿਟੀ ਦਾ, ਕਿ ਤੁਹਾਨੂੰ ਉਹ ਦੁਆਰਾ GT ਦੇ ਆਧਾਰ ਤੇ CO ਹੀ ਦੇਣਗੇ। ਜੇ ਉਹ ਦੇ ਦਿੰਦੇ ਨੇ, ਕੀਪ ਇਟ ਮਤਲਬ ਆਲ ਦਾ ਬੈਸਟ ਦੁਆਰਾ ਟਰਾਈ ਕਰਨ ਵਾਸਤੇ। ਪਰ ਹਾਈ ਕਮਿਸ਼ਨ ਦਾ ਬੜਾ ਸਿੰਪਲ ਜਿਹਾ ਫਾਰਮੂਲਾ ਹੁੰਦਾ, ਜੇ ਇਹੋ ਜਿਹੀ ਪ੍ਰੋਫਾਈਲ ਨੂੰ ਮੈਂ ਪਹਿਲਾਂ ਹੀ ਵੀਜ਼ਾ ਦੇਣਾ ਹੁੰਦਾ ਤੇ ਮੈਂ ਪਹਿਲਾਂ ਹੀ ਦੇ ਦਿੰਦਾ, ਕਿਉਂਕਿ ਨਵੀਂ ਪ੍ਰੋਫਾਈਲ ਦੇ ਵਿੱਚ ਕੋਈ ਚੇਂਜ ਨਹੀਂ ਹੋਇਆ ਸਿਵਾਏ SOP ਤੋਂ। ਅਨਲਾਈਕ ਕੈਨੇਡਾ ਜਿੱਥੇ SOP ਵੋਕੇਸ਼ਨਲ ਐਜੂਕੇਸ਼ਨ ਨੂੰ ਕੇਟਰ ਕਰਦਾ ਹੈ, ਆਸਟ੍ਰੇਲੀਆ ਦਾ ਜਿਹੜਾ ਐਜੂਕੇਸ਼ਨ ਸਿਸਟਮ ਅੱਜ ਦੀ ਡੇਟ ਦਾ ਹੈ, ਦੈਟ ਇਜ਼ ਕੇਟਰਿੰਗ ਟੂ ਬੈਚਲਰ ਐਂਡ ਮਾਸਟਰਸ। ਉਹਦਾ ਬੜਾ ਕਲੀਅਰ ਕੱਟ ਇੰਡੀਕੇਸ਼ਨ ਹੋਣਾ ਚਾਹੀਦਾ ਹੈ। ਆਸਟ੍ਰੇਲੀਆ ਵਿੱਚ ਤੁਸੀਂ ਆਟੋ ਗ੍ਰਾਂਟ ਨਾਮ ਦਾ ਵੀ ਚੀਜ਼ ਸੁਣੀ ਹੋਣੀ ਹੈ, ਵੀ ਫਾਈਲ ਲਾਈ ਤੇ 2 ਸਕਿੰਟਾਂ 'ਚ ਵੀਜ਼ਾ ਆ ਗਿਆ। ਇਹੋ ਜਿਹਾ ਪ੍ਰੋਵੀਜ਼ਨ ਸਿਰਫ ਔਰ ਸਿਰਫ ਆਸਟ੍ਰੇਲੀਆ 'ਚ ਹੈ, ਹੋਰ ਕਿਤੇ ਨਹੀਂ ਹੈਗਾ। ਨਾਟ UK, ਨਾਟ ਕੈਨੇਡਾ। ਤਾਂ ਆਸਟ੍ਰੇਲੀਆ ਦਾ ਪਰਮੂਟੇਸ਼ਨ ਕੰਬੀਨੇਸ਼ਨ ਜਿਹੜਾ ਵੀਜ਼ਾ ਸਕਸੈਸ ਦਾ ਹੈਗਾ, ਦੈਟ ਇਜ਼ ਵੈਰੀ ਸਬਜੈਕਟਿਵ ਬਿਕੋਜ਼ ਆਫ GT। ਤਾਂ ਉਹਨੂੰ ਇੱਕ ਵਾਰ ਹੋ ਗਿਆ, ਡੋਂਟ ਵੇਸਟ ਯੋਰ ਟਾਈਮ, ਗੋ ਫॉर ਐਨ ਆਲਟਰਨੇਟ ਕੰਟਰੀ, ਔਰ ਆਪਣਾ ਆਲਟਰਨੇਟ ਐਜੂਕੇਸ਼ਨ ਪ੍ਰੋਵਾਈਡਰ ਇੰਡੀਆ ਵਿੱਚ ਲੈਣਾ ਤਾਂ ਇੰਡੀਆ ਸਿਲੈਕਟ ਕਰੋ।
ਓਕੇ, ਚਲੋ ਮੈਨੂੰ ਉਮੀਦ ਹੈ ਜਿਹੜੇ ਸਟੂਡੈਂਟਸ ਦੇ ਰਿਫਿਊਜ਼ਲ ਨੂੰ ਲੈ ਕੇ ਸਵਾਲ ਸੀ ਉਹਨਾਂ ਨੂੰ ਵੀ ਕਲੈਰਿਟੀ ਜ਼ਰੂਰ ਹੋ ਗਈ ਹੈ ਤੇ ਹੁਣ ਜ਼ਰੂਰ ਆਪਾਂ ਹਰ ਵਾਰੀ ਜਿਵੇਂ ਤੁਹਾਡੇ ਤੋਂ ਜੋ ਵੀ ਸਵਾਲ ਸਾਡੇ ਕੋਲ ਸਟੂਡੈਂਟਸ ਦੇ ਆਉਂਦੇ ਹੋ ਜ਼ਰੂਰ ਕਲੈਰਿਟੀ ਲੈਣੇ ਹੋ। ਇੰਟਰਵਿਊਜ਼ ਦੇ ਉੱਪਰ ਵੀ ਜ਼ਰੂਰ ਸਟੂਡੈਂਟਸ ਨੂੰ ਗਾਈਡ ਕਰੋ ਕਿਉਂਕਿ ਸਟੂਡੈਂਟਸ ਕਹਿੰਦੇ ਜੀ ਕੀ ਸਾਨੂੰ ਇੰਟਰਵਿਊ ਆਏਗੀ, ਕੁਛ ਨੂੰ ਆਂਦੀ ਕੁਛ ਨੂੰ ਨਹੀਂ, ਕੀ ਇਸ ਦੇ ਉੱਪਰ ਪੂਰਾ ਪ੍ਰੋਸੀਜਰ ਹੈ ਵੀ ਜ਼ਰੂਰ ਦੱਸੋ। ਦੇਖੋ, ਇੰਟਰਵਿਊ ਇੱਕ ਮੌਕਾ ਹੈਗਾ ਹਰੇਕ ਸਟੂਡੈਂਟ ਵਾਸਤੇ ਆਪਣੀ ਪ੍ਰੋਫਾਈਲ ਨੂੰ ਆਪਣੇ ਆਪ ਹੀ ਯੂਨੀਵਰਸਿਟੀ ਨੂੰ ਦੱਸਣ ਦਾ। ਹਾਈ ਕਮਿਸ਼ਨ ਦਾ ਸੈਕੰਡ ਫੇਜ਼ ਹੈ ਕਿਉਂਕਿ GT ਕਲੀਅਰੈਂਸ ਦੇ ਵਿੱਚ ਇੰਟਰਵਿਊ ਇੱਕ ਬੜਾ ਇੰਪੋਰਟੈਂਟ ਫੈਕਟਰ ਹੈਗਾ। ਹਰ ਯੂਨੀਵਰਸਿਟੀ ਇੰਟਰਵਿਊ ਨੂੰ ਇੰਟਰੋਡਿਊਸ ਕਰਦੀ ਪਈ ਹੈ ਆਪਣੇ ਸਿਸਟਮ ਦੇ ਵਿੱਚ, ਜਿੱਥੇ ਕਿ ਉਹ ਦੇਖਣਾ ਚਾਹੁੰਦੀ ਹੈ ਕਿ ਸਟੂਡੈਂਟ ਐਕਚੁਅਲੀ ਦੇ ਵਿੱਚ ਕੈਪੇਬਲ ਹੈਗਾ। ਹੁਣ ਤੁਸੀਂ ਜਿਹੜੇ ਯੂਨੀਵਰਸਿਟੀ ਸਾਨੂੰ ਦੱਸਦੀਆਂ ਨਾ ਵੀ ਆਹ ਪ੍ਰੋਬਲਮ ਆਉਂਦੀ ਹੈ SOP ਦੇ ਵਿੱਚ, ਆ ਟ੍ਰੇਨਿੰਗ ਜਿਹੜੀ ਆਸਟ੍ਰੇਲੀਆ 'ਚ ਹੋਈ, ਉਹਨਾਂ ਨੇ ਇੱਕ SOP ਦਿਖਾਇਆ ਜਿਸ 'ਚ ਉਹ ਬੱਚੇ ਨੇ ਲਿਖਿਆ ਮੈਂ 5ਵੀਂ ਦੇ ਵਿੱਚ ਫਸਟ ਆਇਆ ਸੀਗਾ, 8ਵੀਂ ਦੇ ਵਿੱਚ ਮੈਂ ਫੇਰ ਫਸਟ ਆਇਆ ਸੀਗਾ, ਐਂਡ ਉਹ GT ਆਫਿਸਰ ਹੱਸ ਰਿਹਾ ਸੀ ਵੀ ਤੂੰ 5ਵੀਂ 'ਚ ਜੋ ਕੀਤਾ ਤੇ ਅੱਜ ਜਿੱਥੇ ਹੈ ਬੜਾ ਜ਼ਮੀਨ ਆਸਮਾਨ ਦਾ ਫਰਕ ਹੈ। ਜੇ 5ਵੀਂ 'ਚ ਫਸਟ ਆਇਆ ਸੀਗਾ, ਅੱਜ ਤੇਰਾ ਪਰਸੈਂਟੇਜ 50% ਹੈ ਤਾਂ ਕੋਈ ਉਪਲਬਧੀ ਨਹੀਂ ਹੈ ਤੂੰ 5ਵੀਂ 'ਚ ਫਸਟ ਆਇਆ ਸੀਗਾ, ਤੂੰ ਨਿਕੰਮਾ ਹੈ, ਤੂੰ ਨੌਨ GT ਆਪੇ ਹੋ ਗਿਆ। ਤਾਂ ਇਹੋ ਜਿਹੀ ਚੀਜ਼ਾਂ ਅਸੀਂ SOP ਰਾਹੀਂ ਤਾਂ ਬਹੁਤ ਲੈਂਦੀ SOP ਲਿਖਣ ਦੇ ਜਿਹੜੇ ਹੁੰਦੇ ਨੇ, ਵੱਡੇ SOP ਲਿਖਦੇ ਰਹੋ, 3-4 ਪੇਜਾਂ ਦਾ SOP ਹੋਏਗਾ ਤਾਂ ਇੰਪ੍ਰੈਸ਼ਨ ਵਧੀਆ ਪਏਗਾ। ਉਹ SOP ਨੂੰ ਸਾਈਡ ਤੇ ਰੱਖਦੇ ਨੇ। ਇੰਟਰਵਿਊ ਇਜ਼ ਦਾ ਮੇਨ ਥਿੰਗ। ਜਿਹੜੀ ਯੂਨੀਵਰਸਿਟੀ ਇੰਟਰਵਿਊ ਲੈਂਦੀ ਹੈ, ਆਈਡਲੀ ਵੀ ਸ਼ੁੱਡ ਬੀ ਥੈਂਕਫੁਲ ਟੂ ਦੈਮ ਵੀ ਤੁਸੀਂ ਮੈਨੂੰ ਇੱਕ ਮੌਕਾ ਦਿੱਤਾ, ਕਿਉਂਕਿ ਇੰਟਰਵਿਊ ਦੇ ਵਿੱਚ ਤੁਸੀਂ ਕਲੈਰਿਟੀ ਨਾਲ ਆਪਣੇ ਜਵਾਬ ਦਿੰਦੇ ਪਏ ਹੋ। ਤੁਹਾਡੇ ਪਲਾਨ ਕੀ ਹੈ, ਤੁਸੀਂ ਕੋਰਸ ਕਿਉਂ ਕਰਨਾ ਚਾਹੁੰਦੇ ਹੋ, ਕੀ ਪੜ੍ਹੋਗੇ ਤੇ ਕਿਉਂ ਇਹ ਕੋਰਸ ਲਿੱਤਾ ਜਾਂ ਕਿਉਂ ਇਹ ਯੂਨੀਵਰਸਿਟੀ ਸਿਲੈਕਟ ਕੀਤੀ, ਤਾਂ ਉਹ ਤੁਹਾਡੇ ਇੰਟਰਵਿਊ ਜਿਹੜੇ ਆਨਸਰਸ ਹੈ, ਤੁਹਾਡੇ ਫਾਈਨੈਂਸ਼ੀਅਲ ਰਿਕੁਆਇਰਮੈਂਟ, ਇਨਕਮ ਰਿਕੁਆਇਰਮੈਂਟ ਐਂਡ ਹੋਰ ਕੋਈ ਵੀ ਡਾਕੂਮੈਂਟੇਸ਼ਨ ਹੁੰਦਾ ਹੈ ਉਹਨੂੰ ਬਾਈਪਾਸ ਕਰਕੇ ਫਿਰ ਵੀ ਤੁਹਾਨੂੰ GT ਅਪਰੂਵਲ ਮਿਲੇਗਾ। ਜਿਹੜੀ ਯੂਨੀਵਰਸਿਟੀਆਂ ਸਿਰਫ ਡਾਕੂਮੈਂਟੇਸ਼ਨ ਦੇ ਸਿਰ ਤੇ ਚੱਲਦੀਆਂ ਨੇ, ਤੁਸੀਂ ਦੇਖੋਗੇ ਉਹਨਾਂ ਦੇ ਥੋੜ੍ਹੇ ਚੈਲੰਜ ਜ਼ਿਆਦਾ ਹੁੰਦੇ ਨੇ। ਇਹ ਉਹ ਯੂਨੀਵਰਸਿਟੀਜ਼ ਨੇ ਜੋ ਕਹਿੰਦੀਆਂ ਜੀ ਸੈਲਰੀ ਕੈਸ਼ ਨਹੀਂ ਮੰਨਾਂਗੇ ਅਸੀਂ, ਸਪਾਊਸ ਗ੍ਰੈਜੂਏਟ ਹੋਣਾ ਚਾਹੀਦਾ ਐਂਡ ਐਕਸੈਕਟਰਾ ਬਹੁਤ ਸਾਰੇ ਫੈਕਟਰਸ ਆਉਂਦੇ ਨੇ ਜੋ ਆਪਾਂ ਹਰ ਡੇਲੀ ਬੇਸਡ ਸੁਣਦੇ ਹੈਗੇ ਨੇ। ਇੰਟਰਵਿਊ ਇਜ਼ ਐਨ ਓਪਰਚੁਨਿਟੀ, ਪ੍ਰਪੇਅਰ ਫॉर ਇਟ। ਜੇ ਨਹੀਂ ਆਂਦੀ ਪਈ ਤਾਂ ਐਕਚੁਅਲੀ ਫਿਰ ਵੀ ਪ੍ਰਪੇਅਰ ਫॉर ਇਟ, ਬਿਕੋਜ਼ ਤੁਹਾਨੂੰ ਉਹ ਇੰਟਰਵਿਊ ਆਸਟ੍ਰੇਲੀਆ ਦੀ ਸਟੂਡੈਂਟ ਲਾਈਫ ਵਾਸਤੇ ਪ੍ਰਪੇਅਰ ਕਰਦੀ ਹੈ। ਜੀ ਛੋਟਾ ਜਿਹਾ ਐਗਜ਼ਾਮਪਲ, ਹੁਣ ਜਦ ਤੁਸੀਂ ਆਸਟ੍ਰੇਲੀਆ ਜਾਂਦੇ ਹੋ, ਪਹਿਲੀ ਚੀਜ਼ ਜਦ ਤੁਹਾਡੀ ਓਰੀਐਂਟੇਸ਼ਨ ਹੁੰਦੀ ਹੈ, ਤੁਹਾਨੂੰ ਸਭ ਤੋਂ ਪਹਿਲਾਂ ਇੱਕੋ ਚੀਜ਼ ਸਿਖਾਈ ਜਾਂਦੀ ਹੈ, ਇਫ ਯੂ ਆਰ ਗੋਇੰਗ ਫॉर ਬੈਚਲਰ ਔਰ ਮਾਸਟਰਸ, ਤੁਹਾਨੂੰ ਸਕਾਲਰਸ਼ਿਪਸ ਦੱਸੀਆਂ ਜਾਂਦੀਆਂ ਨੇ। ਤੁਸੀਂ ਆ ਪਹਿਲੇ ਸਾਲ 15-15 ਲੱਖ ਰੁਪਏ ਖਰਚ ਕੇ ਆਏ ਹੋ, ਕਿ ਤੁਹਾਨੂੰ ਪਤਾ ਸੈਕੰਡ ਈਅਰ ਦੇ ਵਿੱਚ ਤੁਹਾਨੂੰ ਕਿੰਨੀ ਸਕਾਲਰਸ਼ਿਪ ਮਿਲ ਸਕਦੀ ਹੈ, ਕਿਉਂਕਿ ਬੱਚਾ ਸਕਾਲਰਸ਼ਿਪ ਪੁੱਛਦਾ ਹੀ ਨਹੀਂ ਹੈ। ਯੂਨੀਵਰਸਿਟੀ ਆਪ ਦੱਸਦੀ ਹੈ ਵੀ ਆਹ ਸਕਾਲਰਸ਼ਿਪ ਤੁਹਾਡੇ ਲਈ ਅਵੇਲੇਬਲ ਹੈ ਜੇ ਤੁਸੀਂ ਆਹ ਕਰ ਲਓਗੇ ਤਾਂ। ਨੰਬਰ 1। ਨੰਬਰ 2, ਹਾਊ ਟੂ ਗੈਟ ਅ ਜੌਬ, ਇੰਡਸਟਰੀ ਵਿੱਚ ਹੀ ਜੌਬ। ਇਹ ਜ਼ਰੂਰੀ ਨਹੀਂ ਹੈ ਹਰੇਕ ਕਿਸੇ ਨੇ ਜਾ ਕੇ ਉੱਥੇ ਭਾਂਡੇ ਸਾਫ਼ ਕਰਨੇ ਹੈ, ਸਿਕਿਉਰਿਟੀ ਕਰਨੀ ਹੈ, ਟੈਕਸੀ ਚਲਾਉਣੀ ਹੈ। ਤੁਹਾਨੂੰ ਆਪਣੇ ਕੋਰਸ ਦੀ ਇੰਡਸਟਰੀ ਦੇ ਵਿੱਚ ਵੀ ਜੌਬ ਮਿਲ ਸਕਦਾ ਹੈ। ਤੁਹਾਨੂੰ ਨਹੀਂ ਪਤਾ ਹੋਏਗਾ ਕਿਵੇਂ, ਯੂਨੀਵਰਸਿਟੀ ਵਿਲ ਟੈਲ ਯੂ ਕਿਵੇਂ। ਬਿਲਡ ਯੋਰ ਲਿੰਕਡਇਨ ਕਨੈਕਸ਼ਨਸ, ਆਪਣੀ ਲਿੰਕਡਇਨ ਪ੍ਰੋਫਾਈਲ ਨੂੰ ਮਜ਼ਬੂਤ ਕਰੋ, ਕਿਉਂਕਿ ਉਹਨਾਂ ਮੁਲਕਾਂ ਦੇ ਵਿੱਚ ਲਿੰਕਡਇਨ ਤੁਹਾਡਾ ਪਰਛਾਵਾਂ ਹੈ। ਇਟ ਇਜ਼ ਨਾਟ ਮੈਂ ਕਿੰਨੇ ਲੋਕਾਂ ਨੂੰ ਮਿਲ ਲਾਂਗਾ, ਇਟ ਇਜ਼ ਅਬਾਊਟ ਲਿੰਕਡਇਨ ਤੋਂ ਤੁਸੀਂ ਕਿੰਨੇ ਲੋਕਾਂ ਨਾਲ ਰੀਚ ਕਰ ਲਓਗੇ। ਯੂ ਵਿਲ ਬੀ ਕਨੈਕਟਿੰਗ ਟੂ ਲੋਟ ਆਫ ਪੀਪਲ ਸਿਟਿੰਗ ਐਟ ਦ ਕੰਫਰਟ ਆਫ ਯਰ ਹੋਮ। ਸਭ ਤੋਂ ਪਹਿਲਾਂ 1-2 ਹਫ਼ਤੇ ਜਿਹੜੇ ਸਟੂਡੈਂਟ ਸੈੱਲ ਉੱਥੇ ਹੁੰਦੇ ਨੇ ਯੂਨੀਵਰਸਿਟੀ ਇੰਟਰਨੈਸ਼ਨਲ ਸਟੂਡੈਂਟ ਵਾਸਤੇ, ਤੁਹਾਡੀ ਡਿਜੀਟਲ ਦੁਨੀਆ ਨੂੰ ਮਜ਼ਬੂਤ ਕਰਦੇ ਨੇ। ਤੁਸੀਂ ਆਪਣੇ ਯੂਨੀਵਰਸਿਟੀ 'ਚ ਬੈਠੇ ਹੋਏ ਕਿੱਥੇ ਜਾ ਕੇ ਕਿਹੜੇ ਇੰਡਸਟਰੀ ਦੇ ਕਨੈਕਸ਼ਨ ਜੋੜ ਸਕਦੇ ਹੋ ਲਿੰਕਡਇਨ 'ਤੇ, ਜਿੱਥੋਂ ਤੁਹਾਨੂੰ ਇੰਟਰਨਸ਼ਿਪਸ ਆਉਂਦੀ ਹੈ। ਥਰਡ ਸਭ ਤੋਂ ਇੰਪੋਰਟੈਂਟ ਫੈਕਟਰ ਇੰਟਰਨਸ਼ਿਪ, ਜਿੱਥੇ ਹੁਣੇ ਮੈਂ ਗੱਲ ਕਰਕੇ ਹਟਿਆ। ਹੁਣ ਇੱਕ ਇੰਟਰਨਸ਼ਿਪ ਹੈ ਜਿੱਥੇ ਇੰਡਸਟਰੀ ਦਾ ਐਕਸਪੋਜ਼ਰ ਮਿਲਦਾ ਹੈ, ਅਨਪੇਡ ਹੈ, ਬਟ ਬੱਚਾ ਕੀ ਕਰਦਾ ਹੈ, ਮੈਂ ਟੈਕਸੀ ਚਲਾ ਲਵਾਂ ਕਿਉਂਕਿ 3 ਹਫ਼ਤੇ ਸ਼ਾਇਦ ਮੇਰੇ $2,000 ਬਣ ਜਾਣ। ਪਰ ਉਹ ਇੰਟਰਨਸ਼ਿਪ ਨਾ ਲਾਣਾ ਕਿੱਡਾ ਵੱਡਾ ਕਾਸਟ ਕਰਦੀ ਹੈ, ਕਿਉਂਕਿ ਤੁਸੀਂ ਪੜ੍ਹਾਈ ਤੋਂ ਬਾਅਦ ਜੇ ਤੁਸੀਂ ਇੰਟਰਨਸ਼ਿਪ ਲਾਈ ਹੁੰਦੀ, ਤੁਸੀਂ ਉਸੇ ਇੰਡਸਟਰੀ ਦੇ ਵਿੱਚ ਆਪਣੀ ਜੌਬ ਲੈ ਕੇ PR ਦੇ ਰਾਹ 'ਤੇ ਛੇਤੀ ਪਹੁੰਚ ਜਾਂਦੇ। ਵੈਰਸ ਟੈਕਸੀ ਚਲਾ ਕੇ 2-2.5 ਹਜ਼ਾਰ ਦਾ ਜ਼ਰੂਰ ਵਾਧਾ ਕਰ ਲਿਆ ਖਾਤਿਆਂ ਦੇ ਵਿੱਚ ਜਾਂ ਆਪਣੇ ਐਕਸਪੈਂਸ ਦੇ ਵਿੱਚ, ਬਟ ਉਹਦਾ ਕਿਤੇ ਉਹ 2-2.5 ਹਜ਼ਾਰ ਜਿਹੜੇ ਬਣਾਏ ਆ ਫਿਰ ਵਕੀਲਾਂ ਨੂੰ ਦੇਣੇ ਪੈਣਗੇ ਪੜ੍ਹਾਈ ਕਰਨ ਤੋਂ ਬਾਅਦ। ਤਾਂ ਯੂਨੀਵਰਸਿਟੀ ਇਜ਼ ਯੋਰ ਬੈਸਟ ਫਰੈਂਡ। ਦੈਟ ਇਜ਼ ਦਾ ਓਨਲੀ ਬੇਸਿਕ ਥਿੰਗ ਇਨ ਆਸਟ੍ਰੇਲੀਆ ਜਿਹੜੇ ਹਰੇਕ ਸਟੂਡੈਂਟ ਨੂੰ ਪਤਾ ਹੋਣੀ ਚਾਹੀਦੀ ਹੈ ਫॉर ਐਨੀਥਿੰਗ। ਮਤਲਬ ਇਮੈਜਿਨ ਸਭ ਤੋਂ ਪਹਿਲਾਂ ਅੱਜ ਬੱਚਾ ਕਾਉਂਸਲਿੰਗ ਕਰਾਉਣ ਆਉਂਦਾ ਨਾ, ਉਹ ਫੈਸਿਲਿਟੀਜ਼ ਨਹੀਂ ਪੁੱਛਦਾ, ਵੀਜ਼ਾ ਲੱਗ ਜੂਗਾ ਉਹਨੂੰ, ਸਿਰਫ ਵੀਜ਼ਾ ਦੀ ਹੈਗੀ ਹੈ। ਬਟ ਇਹ ਚੀਜ਼ਾਂ ਜੇ ਆਪਾਂ ਥੋੜ੍ਹੇ ਜਿਹੇ ਸਵਾਲ ਬਦਲ ਲਈਏ ਆਪਣੇ, ਮੇਰਾ ਵੀਜ਼ਾ ਕਿਵੇਂ ਲੱਗੂਗਾ, ਮੈਨੂੰ ਕੀ ਯੂਨੀਵਰਸਿਟੀ ਪ੍ਰੋਵਾਈਡ ਕਰਦੀ ਪਈ ਹੈ, ਕੋਰਸ ਦੀ ਬੁੱਕਤ ਕੀ ਹੈ, ਇੰਡਸਟਰੀਅਲ ਕਨੈਕਸ਼ਨ ਕੀ ਹੈ, ਐਂਡ ਸੋ ਔਨ। ਕਿੰਨੇ ਸਵਾਲ ਇੱਕ ਐਕਚੁਅਲ ਸਟੂਡੈਂਟ ਪੁੱਛ ਸਕਦਾ ਹੈਗਾ, ਅਤੇ ਇਹ ਸਾਰਾ ਕੁਝ ਉਹਦੇ ਇੰਟਰਵਿਊ ਦੇ ਵਿੱਚ ਹੀ ਆਉਂਦਾ ਹੈ। ਇੰਟਰਵਿਊ ਦੇ ਵਿੱਚ ਤੁਸੀਂ ਜਦ ਜਾਓਗੇ, ਬਜਾਏ ਰਟੇ ਰਟਾਏ
ਜਵਾਬ ਦਿਓ। ਇਨੋਵੇਟਿਵ ਐਂਡ ਐਕਸਪਲੋਰ ਕੀਤੇ ਹੋਏ ਤੁਸੀਂ ਜਦ ਚੀਜ਼ਾਂ ਉਹਨਾਂ ਨੂੰ ਦੱਸੋਗੇ, ਤੁਹਾਡਾ ਇੰਟਰਵਿਊ ਆਪੇ ਕਲੀਅਰ ਹੋਣਾ ਐਂਡ ਤੁਹਾਡਾ ਸਫ਼ਰ ਜਿਹੜਾ ਹੈ ਆਸਟ੍ਰੇਲੀਆ ਜਾ ਕੇ ਬੜਾ ਕਾਮਯਾਬੀ ਵਾਲਾ ਬਣਦਾ ਪਹਿਲੇ ਦਿਨ ਤੋਂ ਹੀ। ਬਿਲਕੁਲ ਸਹੀ ਤੁਸੀਂ ਗੱਲ ਕਹੀ। ਸੋ ਸਟੂਡੈਂਟਸ ਨੂੰ ਇਹਨਾਂ ਗੱਲਾਂ ਨੂੰ ਲੈ ਕੇ ਅਵੇਅਰ ਜ਼ਰੂਰ ਹੋਣਾ ਚਾਹੀਦਾ, ਕਿਉਂਕਿ ਵਾਕਈ ਇਹ ਗੱਲ ਅਸਲੀਅਤ ਹੈ ਕਿ ਸਟੂਡੈਂਟ ਦੀ ਜਿਹੜੀ ਇੱਕ ਮੰਜ਼ਿਲ ਹੁੰਦੀ ਸਿਰਫ ਲੱਗੀ ਹੁੰਦੀ ਕਿ ਸਾਡਾ ਵੀਜ਼ਾ ਲੱਗ ਜਾਏ, ਲੇਕਿਨ ਉਸ ਤੋਂ ਬਾਅਦ ਦੀਆਂ ਚੀਜ਼ਾਂ ਨੂੰ ਸਮਝਣਾ, ਉਹ ਚੀਜ਼ਾਂ ਪਲਾਨ ਕਰਨੀਆਂ ਬਹੁਤ ਜ਼ਰੂਰੀ ਹੈ। ਤੁਸੀਂ ਆਪਣੇ ਕੰਸਲਟੈਂਟਸ ਨਾਲ ਇਹ ਗੱਲਾਂ ਵੀ ਜ਼ਰੂਰ ਡਿਸਕਸ ਕਰਿਆ ਕਰੋ ਤਾਂ ਕਿ ਅੱਗੇ ਜਾ ਕੇ ਤੁਹਾਨੂੰ ਕੋਈ ਦਿੱਕਤ ਨਾ ਆਵੇ। ਤੁਹਾਡਾ ਆਪਣਾ ਕੋਈ ਸਵਾਲ ਹੋਵੇ, ਲਗਾਤਾਰ ਅਸੀਂ ਨੰਬਰ ਵੀ ਡਿਸਪਲੇ ਕੀਤਾ ਜੀ, ESS ਗਲੋਬਲ ਦਾ ਨੰਬਰ ਹੈ, ਤੁਸੀਂ ਇਸ ਉੱਪਰ ਕਾਲ ਕਰ ਸਕਦੇ ਹੋ। ਜੇਕਰ ਤੁਸੀਂ ਵਿਜ਼ਿਟ ਕਰਨਾ ਚਾਹੁੰਦੇ ਹੋ, ਐਡਰੈਸ ਡਿਟੇਲਸ ਵੀ ਅਲੱਗ-ਅਲੱਗ ਬ੍ਰਾਂਚਿਸ ਜੋ ਹੈ ਸਕਰੋਲ ਦੇ ਵਿੱਚ ਚੱਲ ਰਹੀਆਂ ਨੇ, ਤੁਸੀਂ ਜ਼ਰੂਰ ਜਦ ਵੀ ਆਓ ਆਪਣੇ ਡਾਕੂਮੈਂਟਸ ਲੈ ਕੇ ਆਓ, ਆਪਣੇ ਪੇਰੈਂਟਸ ਨੂੰ ਨਾਲ ਲੈ ਕੇ ਆਓ, ਤੇ ਤਾਂ ਕਿ ਤੁਸੀਂ ਜਦੋਂ ਬੈਠ ਕੇ ਗੱਲਬਾਤ ਕਰੋ ਤੁਸੀਂ ਟਾਈਮਲੀ ਸਹੀ ਡਿਸੀਜਨ ਲੈ ਕੇ ਅੱਗੇ ਜ਼ਰੂਰ ਵੱਧ ਸਕੋ। ਸੋ ਮੈਂ ਜਦੋਂ ਆਪਾਂ ਗੱਲ ਆਸਟ੍ਰੇਲੀਆ ਦੀ ਕਰਦੇ ਹਾਂ, ਦੇਖੋ ਹਮੇਸ਼ਾ ਅਸੀਂ ਚੀਜ਼ ਦੇਖਦੇ ਹਾਂ ਕਿ ਆਸਟ੍ਰੇਲੀਆ ਡਿਫਰੈਂਟ ਚੱਲਦਾ ਹੈ ਬਾਕੀ ਕੰਟਰੀਜ਼ ਤੋਂ। ਆਪਾਂ ਅਗਰ ਕੈਨੇਡਾ ਦੀ ਵੀ ਗੱਲ ਕਰ ਲਈਏ, ਕੈਨੇਡਾ ਵੀ ਜਿਵੇਂ ਤੁਸੀਂ ਪਹਿਲਾਂ ਹੁਣ ਜ਼ਿਕਰ ਵੀ ਕੀਤਾ ਕਿ SOPs ਬਹੁਤ ਵੱਡੀਆਂ ਜਾਂਦੀਆਂ, ਲੇਕਿਨ ਜਦੋਂ ਆਸਟ੍ਰੇਲੀਆ ਦੀ SOP ਦੀ ਗੱਲ ਆ ਜਾਂਦੀ ਹੈ, 300 ਦੀ ਵਰਡਸ ਦੀ ਜੋ ਹੈ SOP ਹੋਣੀ ਚਾਹੀਦੀ ਹੈ। ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਸਿਲੈਕਟਿਵ ਵਰਡਸ ਹੋ ਗਏ, ਜਿੱਥੇ ਕੈਨੇਡਾ ਵਿੱਚ ਬਹੁਤ ਲੰਬੀ ਚੌੜੀ SOP ਵੀ ਲਿਖ ਲੈਂਦੇ ਆ, ਇਹਨੂੰ ਤੁਸੀਂ ਕਿਵੇਂ ਡਿਫਰੈਂਸ਼ੀਏਟ ਕਰਦੇ ਹੋ ਔਰ ਕਿੰਨਾ ਗੱਲਾਂ ਦਾ ਖਾਸ ਤੌਰ ਤੇ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ? ਦੇਖੋ ਇਹ ਇੱਕ ਸਟੇਟਵੇ ਇੰਡੀਕੇਸ਼ਨ ਹੈ, ਸਾਨੂੰ ਇਹੀ ਚਾਹੀਦਾ, ਇਹੀ ਦਿਓ, ਇਹ ਤੋਂ ਉੱਪਰਲੀਆਂ ਕਹਾਣੀਆਂ ਨਾ ਸੁਣਾਓ ਜੀ। ਦੇਖੋ SOP ਦੇ 3 ਇੰਪੋਰਟੈਂਟ ਫੈਕਟਰ ਹੁੰਦੇ ਨੇ, ਪਾਸਟ, ਪ੍ਰੈਜ਼ੈਂਟ ਐਂਡ ਫਿਊਚਰ। ਪਾਸਟ ਉਹਨਾਂ ਕੋਲ ਤੁਹਾਡਾ ਪਿਆ ਹੈ, ਤੁਹਾਡੇ ਸਾਰੇ ਐਜੂਕੇਸ਼ਨ ਡਾਕੂਮੈਂਟ ਉਹਨਾਂ ਕੋਲ ਪਏ ਨੇ। ਪ੍ਰੈਜ਼ੈਂਟ ਜੋ ਤੁਸੀਂ ਕਰਦੇ ਪਏ ਹੋ, ਜੌਬ ਕਰਦੇ ਪਏ ਹੋ, ਗੈਪ ਹੈ, ਹਜੇ ਤੁਸੀਂ +2 ਜਾਂ ਗ੍ਰੈਜੂਏਸ਼ਨ ਪਾਸ ਕੀਤੀ ਹੈ, ਉਹ ਕਾਗਜ਼ ਵੀ ਉਹਨਾਂ ਕੋਲ ਹੈਗੇ ਨੇ। ਫਿਊਚਰ ਇਜ਼ ਸਮਥਿੰਗ ਜਿਹਦੇ ਉੱਤੇ ਤੁਹਾਡਾ ਕੇਸ ਟਿਕਿਆ। ਜੇ ਤੁਸੀਂ ਆਸਟ੍ਰੇਲੀਆ ਦਾ ਰਿਫਿਊਜ਼ਲ ਦੇਖੋਗੇ ਤਾਂ ਉਸ 'ਚ ਇਹੀ ਲਿਖਿਆ ਹੁੰਦਾ ਹੈ ਤੁਹਾਡਾ ਕੋਰਸ ਜਿਹੜਾ ਹੈਗਾ ਸਾਨੂੰ ਨਹੀਂ ਲੱਗਦਾ GT ਕੰਪਲਾਇੰਟ ਦੇ ਅੰਦਰ ਆਉਂਦਾ, ਕਿਉਂਕਿ ਉਹਦਾ ਕਨੈਕਸ਼ਨ ਨਹੀਂ ਬਣ ਪਾ ਰਿਹਾ ਜਾਂ ਤੁਹਾਡੇ ਫਾਈਨੈਂਸ਼ੀਅਲਸ ਹੈ ਤੁਸੀਂ ਐਕਸਪਲੇਨ ਨਹੀਂ ਕਰ ਪਾਏ। ਤਾਂ ਜਿਹੜੇ 300 ਵਰਡਸ ਦਾ ਮੌਕਾ ਮਿਲਿਆ ਹੈ, ਦਿਸ ਸ਼ੁੱਡ ਬੀ ਐਂਟਾਇਰਲੀ ਫੋਕਸਿੰਗ ਔਨ ਦਾ ਫਿਊਚਰ। ਤੁਹਾਡੇ ਫਿਊਚਰ ਪਲਾਨ ਕੀ ਹੈ ਕੋਰਸ ਕਰਨ ਤੋਂ ਬਾਅਦ, ਤੁਹਾਡੇ ਫਿਊਚਰ ਪਲਾਨ ਇੰਡੀਆ ਦੇ ਵਿੱਚ ਜਾਂ ਥਰਡ ਕੰਟਰੀ ਕੀ ਹੈਗੇ ਹੈ। ਥਰਡ ਕੰਟਰੀ ਦੇ ਵਿੱਚ ਆਸਟ੍ਰੇਲੀਆ ਨਹੀਂ ਆਉਂਦਾ, ਐਨੀਥਿੰਗ ਅਪਾਰਟ ਫਰਮ ਆਸਟ੍ਰੇਲੀਆ, ਇਟ ਕੈਨ ਬੀ ਇੰਡੀਆ ਆਲਸੋ, ਇਟ ਕੈਨ ਬੀ ਐਨੀ ਅਦਰ ਕੰਟਰੀ ਆਫ ਦਾ ਵਰਲਡ। ਉੱਥੇ ਤੁਸੀਂ ਇਸ ਇੰਡਸਟਰੀ ਜਾਂ ਇਸ ਕੋਰਸ ਨੂੰ ਕਿਵੇਂ ਦੇਖਦੇ ਹੈਗੇ ਹੋ, ਪਲੱਸ ਆਪਣੇ ਲੌਂਗ ਟਰਮ ਵਿਜ਼ਨ ਐਕਸਪਲੇਨ ਕਰਨ ਦਾ ਤੁਹਾਨੂੰ ਮੌਕਾ ਮਿਲਦਾ। ਤਾਂ 300 ਇੰਨੇ ਇੱਕ ਇੰਪੋਰਟੈਂਟ ਵਰਡ ਨੇ ਜਿਹੜੇ ਤੁਹਾਡਾ ਵੀਜ਼ਾ ਲਵਾ ਸਕਦੇ ਨੇ। ਹਾਂ 300 ਨੂੰ ਤੁਸੀਂ ਖਿੱਚ ਕੇ 6000 ਕਰੋਗੇ, 5000 ਕਰੋਗੇ, ਸ਼ਾਇਦ ਵੀਜ਼ਾ ਅਫਸਰ ਨੂੰ ਪੜੇ ਹੀ ਨਾ, ਕਿਉਂਕਿ ਉਹਦਾ ਰਿਟਨ ਕ੍ਰਾਈਟੇਰੀਆ ਹੈਗਾ 300 ਵਰਡਸ ਦਾ SOP। ਦੇਖੋ ਆਸਟ੍ਰੇਲੀਆ 'ਚ ਬੜਾ ਸਿੰਪਲ ਜਿਹਾ ਹੈਗਾ, ਕੁਛ ਇੰਡੀਕੇਸ਼ਨ ਜਿਹੜੇ ਬਦਲਾਵ ਯੂਨੀਵਰਸਿਟੀਆਂ ਕਰਦੀਆਂ ਨੇ ਉਹ ਹਾਈ ਕਮਿਸ਼ਨ ਦੇ ਇੰਡੀਕੇਸ਼ਨ ਜਾਂ ਇਸ਼ਾਰੇ 'ਤੇ ਹੁੰਦੇ ਨੇ, ਕਿਉਂਕਿ ਦੇ ਵਾਂਟ ਟੂ ਅੰਡਰਸਟੈਂਡ। ਉਹਨਾਂ ਨੂੰ ਪਤਾ ਐਪਲੀਕੇਸ਼ਨ ਜੇ ਦੁੱਗਣਾ ਵਧਿਆ ਤਾਂ ਉਹਨਾਂ ਨੂੰ ਫਟਾਫਟ ਖਤਮ ਕਿਵੇਂ ਕਰਨਾ। ਜੇ ਉਹ 4-4 5-5 ਪੇਜਾਂ ਦਾ SOP ਪੜ੍ਹਦੇ ਰਹਿਣਗੇ ਨਾ, ਤੇ ਅੰਦਰੋਂ ਪਤਾ ਹੁੰਦਾ ਹੈ ਇਹ ਸਟੂਡੈਂਟ ਨੇ ਨਹੀਂ ਲਿਖਿਆ। ਸਟੂਡੈਂਟ ਜੇ ਐਡੇ ਜੋਗਾ ਹੁੰਦਾ ਉਹਦੇ ਪਰਸੈਂਟੇਜ 90% ਹੁੰਦੇ। ਦਿੱਲੀ ਯੂਨੀਵਰਸਿਟੀ ਵਰਗੀ 'ਚ ਐਡਮਿਸ਼ਨ ਲੈ ਕੇ ਬੈਠਾ ਹੁੰਦਾ, IIT 'ਚ ਐਡਮਿਸ਼ਨ ਲੈ ਕੇ ਬੈਠਾ ਹੁੰਦਾ, ਪਰਸੈਂਟੇਜ 60-65 SOP 4-5 ਪੇਜਾਂ ਦੇ, ਉਹ ਕਲੀਅਰ ਕੱਟ ਹੈ ਵੀ ਇਹਨਾਂ ਨੇ ਨਹੀਂ ਲਿਖਿਆ ਹੈਗਾ। ਇਸ ਲਈ ਬੜਾ ਕਨਫਾਈਡ ਕਰਤਾ ਉਹਨਾਂ ਨੇ। 300 ਵਰਡ ਜੇ ਹੋਊਗਾ they will be going through it, and ਉਹ 300 ਵਰਡ ਸਿਰਫ ਔਰ ਸਿਰਫ ਫਿਊਚਰ ਤੇ ਫੋਕਸ ਰੱਖੋ, ਪਾਸਟ ਐਂਡ ਪ੍ਰੈਜ਼ੈਂਟ ਤੇ ਬਿਲਕੁਲ ਵੀ ਨਹੀਂ। ਬਿਲਕੁਲ ਸਹੀ ਗੱਲ ਤੁਸੀਂ ਕਹੀ ਹੈ। ਸੋ ਸਟੂਡੈਂਟਸ ਜ਼ਰੂਰ ਇਹਨਾਂ ਗੱਲਾਂ ਦਾ, ਕਿਉਂਕਿ ਜੋ ਅਪਡੇਟਸ ਹੁੰਦੇ ਨੇ, ਕੀ ਚੀਜ਼ਾਂ ਜ਼ਰੂਰੀ ਹੈ, ਤੁਹਾਨੂੰ ਖੁਦ ਵੀ ਪਤਾ ਹੋਣਾ ਬਹੁਤ ਜ਼ਰੂਰੀ ਹੈ। ਸਿਰਫ ਕੰਸਲਟੈਂਟ ਦੇ ਉੱਪਰ ਹੀ ਸਾਰਾ ਕੁਝ ਨਾ ਛੱਡ ਦਿਆ ਕਰੋ, ਖੁਦ ਵੀ ਅਵੇਅਰ ਹੋਵੋ। ਇਸੇ ਮਕਸਦ ਨਾਲ ਅਸੀਂ ਇਸ ਸ਼ੋਅ ਦੇ ਵਿੱਚ ਅਲੱਗ-ਅਲੱਗ ਅੱਛੇ ਕੰਸਲਟੈਂਟਸ ਨੂੰ ਲੈ ਕੇ ਆਉਂਦੇ ਹਾਂ ਜੋ ਆਪਣੇ ਤਜਰਬੇ ਦੇ ਨਾਲ, ਆਪਣੇ ਐਕਸਪੀਰੀਅੰਸ ਦੇ ਨਾਲ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਂਦੇ ਨੇ। ਅਗਰ ਆਪਾਂ ਹੁਣ ਗੱਲ ਕਰਦੇ ਹਾਂ ਕੈਨੇਡਾ ਦੀ ਗੱਲ ਕਰੀਏ ਤਾਂ ਗੈਪ ਵਾਲੇ ਸਟੂਡੈਂਟਸ ਵੀ ਅਸੈਪਟਡ ਹੁੰਦੇ ਆ, ਰਿਫਿਊਜ਼ਲ ਵੀ ਆ ਗਏ ਅਸੈਪਟਡ ਨੇ, ਸਟੱਡੀ ਦਾ ਜਿਸ ਤਰ੍ਹਾਂ ਵੀ ਹੈ ਮਤਲਬ ਅਸੈਪਟਡ ਹੋ ਜਾਂਦੀ ਹੈ ਫਾਈਲ। ਪਰ ਜਦੋਂ ਆਪਾਂ ਆਸਟ੍ਰੇਲੀਆ ਦੀ ਗੱਲ ਕਰਦੇ ਹਾਂ, ਹੁਣ ਟਾਈਮਲੀ ਜੋ ਹੈ ਅੱਗੋਂ ਕੋ ਟਾਈਮ ਆਉਂਦਾ, ਆਸਟ੍ਰੇਲੀਆ ਅਸੀਂ ਦੇਖਦੇ ਹਾਂ ਲਿਮਿਟਿਡ ਦਾਇਰਾ ਹੈ ਕਰਦਾ ਜਾ ਰਿਹਾ। ਹੁਣ GT ਦੀ ਅਪਡੇਸ਼ਨ ਤੋਂ ਬਾਅਦ ਵੀ ਆਪਾਂ ਗੱਲ ਕਰੀਏ ਰੀਸੈਂਟ ਪਾਸ ਆਊਟ ਸਟੂਡੈਂਟ ਹੀ ਹੈ, ਕੀ ਫਿਊਚਰ ਆਪਾਂ ਦੇਖ ਸਕਦੇ ਹਾਂ, ਕਿਉਂ ਇੰਨਾ ਸਿਲੈਕਟਿਵ ਆਸਟ੍ਰੇਲੀਆ ਹੋ ਗਿਆ ਸਟੂਡੈਂਟਸ ਨੂੰ ਚੂਜ਼ ਕਰਨ ਨੂੰ ਲੈ ਕੇ? ਦੇਖੋ ਆਸਟ੍ਰੇਲੀਆ ਨੂੰ ਇੰਨੀ ਸਮਝ ਆ ਗਈ ਹੈ ਜੀ, ਉਹ ਇੱਕ ਪੋਪੂਲੇਟਡ ਐਂਡ ਇੱਕ ਇਨ ਡਿਮਾਂਡ ਕੰਟਰੀ ਹੈਗਾ। ਉਹਨਾਂ ਦਾ ਐਜੂਕੇਸ਼ਨ ਸਿਸਟਮ ਸਭ ਤੋਂ ਜ਼ਿਆਦਾ ਮਜ਼ਬੂਤ ਹੈ ਪੂਰੀ ਦੁਨੀਆ ਦੇ ਵਿੱਚ। ਛੋਟਾ ਜਿਹਾ ਐਗਜ਼ਾਮਪਲ ਦਵਾਂਗਾ ਇੱਥੇ, ਜੋ ਕੈਨੇਡਾ ਸਾਡੇ ਨਿਊਜ਼ 'ਚ ਆਇਆ ਹੈ 700 ਬੱਚਿਆਂ ਨੂੰ ਡਿਪੋਰਟ ਕੀਤਾ ਜਾ ਰਿਹਾ ਕਿਉਂਕਿ ਕਾਗਜ਼ ਗਲਤ ਸੀ, ਐਕਸੈਕਟਰਾ। ਆਸਟ੍ਰੇਲੀਆ ਦਾ ਇਹ ਸਿਸਟਮ ਸ਼ੁਰੂ ਤੋਂ ਹੀ ਮਜ਼ਬੂਤ ਹੈ, ਜਿਹਨੂੰ ਪ੍ਰਿਜ਼ਮ ਕਿਹਾ ਜਾਂਦਾ ਹੈ।
ਜੋ ਯੂਨੀਵਰਸਿਟੀ ਦੇ ਪੋਰਟਲ ਤੇ ਹੈਗਾ ਉਹਦਾ ਐਕਸੈਸ ਅੰਬੈਸੀ ਕੋਲ ਹੈਗਾ। ਕਿਉਂ ਸਟੈਂਡਰਡਾਈਜ਼ ਚੀਜ਼ਾਂ ਸਾਰੀਆਂ ਆਸਟ੍ਰੇਲੀਆ ਵਿੱਚ ਹੈ? ਕਿਉਂਕਿ ਸਾਰਾ ਕੁਝ ਗਵਰਨਮੈਂਟ ਕੰਟਰੋਲ ਕਰਦੀ ਹੈ। ਤੁਹਾਡਾ ਕਾਲਜ ਬੰਦ ਹੋ ਜਾਵੇ, ਆਸਟ੍ਰੇਲੀਆ ਦੀ ਗਵਰਨਮੈਂਟ ਪੈਸੇ ਵਾਪਸ ਕਰਦੀ ਹੈ। ਤੁਹਾਡੀ ਟਿਊਸ਼ਨ ਫੀਸ ਕਿਤੇ ਨਹੀਂ ਜਾਂਦੀ ਆਸਟ੍ਰੇਲੀਆ ਦੇ ਵਿੱਚ, ਕਿਉਂਕਿ TPS ਵਰਗੀ ਸਕੀਮਸ ਹੈਗੀਆਂ, ਟਿਊਸ਼ਨ ਪ੍ਰੋਟੈਕਸ਼ਨ ਸਕੀਮ। ਆਸਟ੍ਰੇਲੀਆ ਐਜੂਕੇਸ਼ਨ ਨੂੰ ਇੱਕ ਬਹੁਤ ਵੱਡੇ ਰੋਬਸਟ ਤਰੀਕੇ ਨਾਲ ਲੈ ਕੇ ਦੁਨੀਆ ਸਾਹਮਣੇ ਆਇਆ, ਤੇ ਅੱਜ ਦਾ ਨਹੀਂ, ਸ਼ਾਇਦ ਪਿਛਲੇ 25 ਸਾਲਾਂ ਤੋਂ, ਕਿਉਂਕਿ and UK and Canada are following Australian education system ਹੌਲੀ ਜਿਹੜਾ ਇਹਨਾਂ ਦਾ ਆਨਲਾਈਨ ਪਲੇਟਫਾਰਮ ਹੈ, ਜੋ ਕੈਨੇਡਾ ਦੇ ਵਿੱਚ ਅੱਜ ਕਲੇਸ਼ ਪਿਆ ਹੋਇਆ ਹੈ ਵੀ ਉਹ ਜਿਹੜਾ ਬੱਚਾ ਉਹ ਡਾਕੂਮੈਂਟ ਚੈੱਕ ਨਹੀਂ ਹੋ ਪਾਏ ਜਦ ਆਏ ਸੀਗੇ ਐਂਡ ਸੋ ਔਨ। ਆਸਟ੍ਰੇਲੀਆ 'ਚ ਕਦੇ ਇਹੋ ਜਿਹੀ ਨਿਊਜ਼ ਨਹੀਂ ਆਏਗੀ, ਕਿਉਂਕਿ ਆਸਟ੍ਰੇਲੀਆ ਬੜਾ ਕਲੀਅਰ ਕੱਟ ਹੈਗਾ, ਇੱਕ ਕਾਮਨ ਪਲੇਟਫਾਰਮ ਹੈ ਇੰਸਟੀਟਿਊਟ ਵਾਸਤੇ ਐਂਡ ਯੂਨੀਵਰਸਿਟੀਜ਼ ਵਾਸਤੇ ਐਂਡ ਅੰਬੈਸੀਜ਼ ਵਾਸਤੇ। ਹੁਣ ਤੁਸੀਂ ਇਹ ਦੇਖੋ, ਆਸਟ੍ਰੇਲੀਆ ਦੇ ਵਿੱਚ ਅੱਜ ਵੀ 40 ਤੋਂ 45 ਦੇ ਵਿੱਚ ਯੂਨੀਵਰਸਿਟੀਆਂ ਨੇ, ਪਬਲਿਕ ਐਂਡ ਪ੍ਰਾਈਵੇਟ ਮਿਲਾ ਕੇ। ਇਹ 150 200 ਵੀ ਤਾਂ ਹੋ ਸਕਦੀਆਂ, ਬਟ ਇਟ ਇਜ਼ ਦ ਸੇਮ ਨੰਬਰ, ਕਿਉਂਕਿ ਉਹਨਾਂ ਦਾ ਐਜੂਕੇਸ਼ਨ ਸਿਸਟਮ ਬੜਾ ਰੋਬਸਟ ਹੈ, ਬੜਾ ਪਾਵਰਫੁਲ ਹੈ। ਇਸ ਲਈ ਆਸਟ੍ਰੇਲੀਆ ਦਾ ਅੱਜ ਐਡਵਾਂਟੇਜ ਹੈ। ਉਹਨਾਂ ਨੇ ਆਪਣਾ ਐਂਟਰੀ ਕ੍ਰਾਈਟੇਰੀਆ ਸਖਤ ਨਹੀਂ ਕੀਤਾ, ਉਹਨਾਂ ਨੇ ਆਪਣੇ ਕੋਟਾ ਕੋਈ ਵਧਾਏ ਨਹੀਂ, ਕੋਈ ਘਟਾਏ ਨਹੀਂ। ਉਹਨਾਂ ਨੂੰ ਇਹ ਸਮਝ ਆ ਗਈ ਹੈ ਜੋ ਅਸੀਂ ਐਜ਼ ਅ ਐਜੂਕੇਸ਼ਨ ਪ੍ਰੋਵਾਈਡਰ ਬੱਚੇ ਨੂੰ ਦੇ ਸਕਦੇ ਹਾਂ, ਕੀ ਸਾਡੇ ਕੋਲ ਉਹਦੀ ਫੈਸਿਲਿਟੀਜ਼ ਹੈਗੀਆਂ ਨੇ। ਛੋਟਾ ਜਿਹਾ ਐਗਜ਼ਾਮਪਲ ਦਿੰਦਾ, ਇੱਕ ਬੈਚਲਰ ਆਫ ਨਰਸਿੰਗ ਬੜਾ ਪਪੂਲਰ ਪ੍ਰੋਗਰਾਮ ਆਸਟ੍ਰੇਲੀਆ ਦਾ, ਉਹ ਸਾਲ 'ਚ ਇੱਕੋ ਵਾਰ ਸ਼ੁਰੂ ਹੁੰਦਾ, ਜਨਵਰੀ ਫਰਵਰੀ ਦੇ ਵਿੱਚ। ਬਾਕੀ ਸਾਰੇ ਕੋਰਸਿਸ ਸਾਲ 'ਚ 2-2 ਵਾਰ ਸ਼ੁਰੂ ਹੁੰਦੇ ਨੇ। ਉਹਦਾ ਸਿੰਪਲ ਬੇਸਿਕ ਕ੍ਰਾਈਟੇਰੀਆ ਪਤਾ ਕੀ ਹੈ? ਕਿਉਂਕਿ ਹਰੇਕ ਸਾਲ ਤੁਹਾਡੀ ਵਰਕ ਪਲੇਸਮੈਂਟ ਹੁੰਦੀ ਹੈ ਉਸ ਕੋਰਸ ਦੇ ਵਿੱਚ। ਪਹਿਲੇ ਸਾਲ ਸ਼ਾਇਦ 2 ਤੋਂ 3 ਹਫ਼ਤਿਆਂ ਦੀ, ਦੂਜੇ ਸਾਲ 6 ਹਫ਼ਤਿਆਂ ਦੀ, ਤੇ ਤੀਜੇ ਸਾਲ 10 ਹਫ਼ਤਿਆਂ ਦੀ। ਜਿਹੜਾ ਪਲੇਸਮੈਂਟ ਕਰਨ ਦਾ ਕ੍ਰਾਈਟੇਰੀਆ ਉਹਨਾਂ ਦਾ ਬਣਿਆ ਹੋਇਆ ਹੈ, ਉਹ ਸਰਕਲ ਹੀ ਇਸ ਤਰ੍ਹਾਂ ਬਣਿਆ ਹੈ, ਜੇ ਉਹ ਸਾਲ 'ਚ 2 ਵਾਰ ਕੋਰਸ ਚਾਲੂ ਕਰ ਦੇਣਗੇ ਤਾਂ ਉਹ ਪਲੇਸਮੈਂਟ ਨਹੀਂ ਕਰਾ ਪਾਣਗੇ। ਤੇ ਉਹ ਕਹਿੰਦੇ ਨਰਸਿੰਗ ਵਿਦਆਊਟ ਪਲੇਸਮੈਂਟ, ਇਹ ਤਾਂ ਕੋਈ ਸੈਂਸ ਹੀ ਨਹੀਂ ਬਣਦੀ ਵੀ ਤੁਸੀਂ ਪੜ੍ਹਾਈ ਥੋੜ੍ਹਾ ਨਾ ਜਾਓਗੇ ਜਦ ਤੱਕ ਉਹਨੂੰ ਹਸਪੀਟਲ 'ਚ ਪਲੇਸ ਨਹੀਂ ਕਰੋਗੇ। ਤਾਂ ਇਸ ਕਰਕੇ ਆਸਟ੍ਰੇਲੀਆ ਨੇ ਆਪਣਾ ਨਰਸਿੰਗ ਦਾ ਜਿਹੜਾ ਕੋਟਾ ਹੈਗਾ ਜਾਂ ਸਟਾਰਟ ਡੇਟ ਹੈ ਸਿਰਫ ਇੱਕੋ ਰੱਖੀ ਹੈ, ਦੈਟ ਇਜ਼ ਫੈਬਰਰੀ। ਹਰ ਸਾਲ ਦੇ ਫਰਵਰੀ ਮਹੀਨੇ ਵਿੱਚ ਸਿਰਫ ਨਰਸਿੰਗ ਦਿੰਦੇ ਨੇ। ਤਾਂ ਜੋ ਕੰਟਰੀ ਇੱਕ ਕੋਰਸ ਡਿਮਾਂਡ ਹੋਣ ਦੇ ਬਾਵਜੂਦ ਵੀ ਉਹਨੂੰ ਕੰਟਰੋਲ ਕਰਕੇ ਚੱਲਦਾ ਪਿਆ, ਉਹ ਸਿੰਪਲ ਹੈ, ਉਹਨੂੰ ਲਾਲਚ ਨਹੀਂ ਹੈਗਾ, ਉਹਨੂੰ ਕੁਆਲਿਟੀ ਦਾ ਫਿਕਰ ਹੈ। ਅੱਜ ਤੁਸੀਂ 15 ਲੱਖ ਰੁਪਏ ਜਿਹੜੀ ਪੜ੍ਹਾਈ 'ਤੇ ਲਾਣੇ ਪਏ ਹੋ, ਕਿ ਉਹਨਾਂ ਕੋਲ ਕੋਰਸ ਹੈਗਾ। ਸੈਕਿੰਡ ਐਗਜ਼ਾਮਪਲ ਤੁਹਾਨੂੰ ਇੱਥੇ ਦੇ ਦੇਣਾ, ਚੈਟ GPT। ਉਹ ਚੈਟ GPT ਦਸੰਬਰ 'ਚ ਲਾਂਚ ਹੋਈ ਹੈ, ਤੇ ਆਸਟ੍ਰੇਲੀਆ ਦੀ ਯੂਨੀਵਰਸਿਟੀਜ਼ ਨੇ ਜੁਲਾਈ ਇਨਟੇਕ 'ਚ ਹੋਣ ਵਾਲੇ ਬੱਚਿਆਂ ਨੂੰ ਜਿਹੜੇ ਪਾਸ ਆਊਟ ਹੁੰਦੇ ਪਏ ਨੇ, ਫਟਾਫਟ 3 ਹਫ਼ਤਿਆਂ 'ਚ ਹੀ ਕੁਰਿਕੂਲਮ ਡਿਜ਼ਾਈਨ ਕਰਕੇ ਉਹਨਾਂ ਦੀ ਪੜ੍ਹਾਈ ਦੇ ਵਿੱਚ ਪਾ ਦਿੱਤਾ। ਕਿਉਂਕਿ ਉਹਨਾਂ ਨੂੰ ਪਤਾ ਹੈ ਚੈਟ GPT ਜੇ ਆ ਗਿਆ ਤਾਂ ਇਹ ਆਉਣ ਵਾਲੇ ਸਮੇਂ 'ਚ ਇੱਕ ਇੰਪੋਰਟੈਂਟ ਚੀਜ਼ ਬਣ ਜੂਗੀ ਤੁਹਾਡੇ ਸਬਜੈਕਟਾਂ ਦੀ, ਤੁਹਾਡੇ ਕੋਰਸ ਦੀ, ਜਿਹਦੇ ਕਰਕੇ ਤੁਹਾਨੂੰ ਜੌਬ ਦੇ ਵਿੱਚ ਲੋੜ ਪਏਗੀ। ਤਾਂ ਦੇ ਆਰ ਟੂ ਫਾਸਟ ਇਨ ਐਡਿੰਗ ਔਨ ਟੂ ਦਾ ਕਰਿਕੂਲਮ ਐਂਡ ਚੇਂਜਿੰਗ ਇਟ। ਸੋ ਬਹੁਤ ਥੈਂਕਸ ਸਰ ਕਿ ਤੁਸੀਂ ਪੂਰੀ ਇਨਫੋਰਮੇਸ਼ਨ ਆਸਟ੍ਰੇਲੀਆ ਨੂੰ ਲੈ ਕੇ ਸਾਡੇ ਸਟੂਡੈਂਟਸ ਨਾਲ ਸ਼ੇਅਰ ਕੀਤੀ ਹੈ। ਤੇ ਇਸ ਨਾਲ ਹੀ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ। ਧੰਨਵਾਦ।